देखो कितना टाइम भज सकता जिथे भजना नवदीप सिंह जी भज लो आ तुसी घर बर्बाद करके सौखी नींद तो सौंदे नहीं। मेरे सामने छलांग लाई जशन ने पहला छाल मारती सी जो बचाउण लई मानव ढिल्लों ने उन्होंने आवाज़ मारी जशन उसका नाम लिया उच्ची। फिर मैं टर्न करके पिछे देखा तो मेरे वेंदे वेंदे मानव ने जंप करता। जे बॉडी ना मिलती तो इन्होंने अजे भी नहीं मनना सी। ये तो पहले डे 1 तो मैंने झूठा करार दे रहे सी परिवार ते एलीगेशन कर्जियां दे माड़े वरतांत दे बंदे ने ये क्रिमिनल ने काफ़ी कितनियां भद्दियां चीज़ां लैके आए। सत श्री अकाल पंजाबी रेडियो USA वेख रहे हो तुसीं। ढिल्लों भरावां दे मामले दे विच इस समय छोटे भरा दा ਜਿਹੜਾ ਸ਼ਵ ਉਹ ਬਰਾਮਦ ਹੋ ਗਿਆ ਸੀ। ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉਹਨਾਂ ਦੇ ਪਰਿਵਾਰਕ ਜੀ ਸਾਡੇ ਨਾਲ ਮੌਜੂਦ ਨੇ। ਬਾਈ ਮਾਨਵ ਹੋਣੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਹੁਣ ਪ੍ਰਸ਼ਾਸਨ ਦੇ ਵੱਲੋਂ ਤਾਂ ਭਰੋਸਾ ਦਿਵਾਇਆ ਗਿਆ ਪਰ ਉਸ ਭਰੋਸੇ 'ਤੇ ਤੁਸੀਂ ਸੰਸਕਾਰ ਵੀ ਕਰ ਦਿੱਤਾ ਬਾਈ ਹੁਣਾਂ ਦਾ, ਪਰ ਕੀ ਜਿਹੜਾ ਸਮਾਂਬੱਧ ਕੀਤਾ ਗਿਆ ਸਮਾਂ ਉਸ ਦੇ ਵਿੱਚ ਇਨਸਾਫ ਮਿਲਣ ਦੀ ਤੁਸੀਂ ਪੂਰਨ ਤੌਰ 'ਤੇ ਆਸ ਰੱਖਦੇ ਹੋ? ਭਾਜੀ ਸਾਡਾ ਮੇਨ ਪਰਪਸ ਸੀ ਵੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਉਹਨੂੰ ਡਿਸਮਿਸ ਕੀਤਾ ਜਾਵੇ। ਇਹੀ ਸਾਡੀ ਅੱਜ ਜਦੋਂ ਅਸੀਂ ਬੋਡੀ ਲੈਣ ਗਏ ਹਾਂ ਜਸ਼ਨ ਦੀ ਸਾਡੀ ਇਹੀ ਮੰਗ ਸੀ। ਪਹਿਲਾਂ ਅਸੀਂ ਫਾਦਰ ਸਾਹਿਬ ਨੇ ਕਾਲ ਦਿੱਤੀ ਹੋਈ ਸੀ ਵੀ ਅਸੀਂ ਬੋਡੀ ਜਲੰਧਰ ਲਿਆਵਾਂਗੇ, ਫਿਰ ਅਸੀਂ ਚੰਡੀਗੜ੍ਹ ਦਾ ਰੁੱਖ ਕਰਾਂਗੇ। ਪਰ ਚਲੋ ਪ੍ਰਸ਼ਾਸਨ ਨੇ ਵੀ ਆਪਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਸਮਝਿਆ ਵੀ ਪਰਿਵਾਰ ਔਖਾ ਵੀ ਇਹਨੂੰ ਜਸਟਿਸ ਦੇਣਾ ਚਾਹੀਦਾ। ਔਰ ਜੋ ਸਾਡੀ ਅੱਜ ਮੰਗ ਸੀ ਉਹ ਸਰਕਾਰ ਨੇ ਮੰਨ ਲਈ ਹੈ। ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ, ਉਹਨੂੰ ਡਿਸਮਿਸ ਕੀਤਾ। ਚਲੋ ਪ੍ਰਸ਼ਾਸਨ ਦੀ ਪਹੁੰਚ ਤੋਂ ਜੇ ਬਾਹਰ ਹੈ ਬਟ ਚਲੋ ਦੇਖੋ ਕਿੰਨਾ ਟਾਈਮ ਭੱਜ ਸਕਦਾ। ਜਿੱਥੇ ਭੱਜਣਾ ਨਵਦੀਪ ਸਿੰਘ ਜੀ ਭੱਜ ਲਓ ਆ ਤੁਸੀਂ ਘਰ ਬਰਬਾਦ ਕਰਕੇ ਸੌਖੀ ਨੀਂਦ ਤਾਂ ਸੌਂਦੇ ਨਹੀਂ ਨਾ। ਮੈਂ ਉਹਨਾਂ ਦੋਵਾਂ ਮੁਲਾਜ਼ਮਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤਕਲੀਫ ਕੀ ਹੈ ਤੁਹਾਨੂੰ ਹੁਣ ਅਹਿਸਾਸ ਹੋਊਗਾ ਵੀ ਅੱਜ ਵਿਚਾਰੇ ਜਸ਼ਨ ਦਾ ਉਹ ਚਿੱਥਾ ਉਹਦੀ ਬਲਦੀ ਪਈ ਆ, ਉਹਦੀਆਂ ਰੂਹਾਂ ਤੁਹਾਨੂੰ ਸੌਣ ਨਹੀਂ ਦੇਣਗੀਆਂ, ਤੁਹਾਨੂੰ ਇੱਦਾਂ ਹੀ ਤੰਗ ਕਰਨਗੀਆਂ। ਪਰ ਜਿੰਨੀ ਜ਼ਿੰਦਗੀ ਹੁਣ ਤੁਸੀਂ ਕੱਢਣੀ ਆ ਖਿਆਈ ਨਾਲ ਹੀ ਕੱਟੋਗੇ। ਬਾਈ ਜੀ ਇੱਕ ਬਾਪੂ ਜੀ ਹੁਣਾਂ ਨਾਲ ਗੱਲ ਕਰ ਰਹੇ ਸੀ, ਉਹ ਕਹਿ ਰਹੇ ਨੇ ਕਿ ਜਿਹੜਾ ਇਹ ਨਵਦੀਪ ਸਿੰਘ ਸੀ ਉਹ ਪਬਲਿਕ ਡੀਲਿੰਗ ਦੇ ਯੋਗ ਨਹੀਂ ਸੀਗੇ, ਕਿਹੋ ਜਿਹੇ ਉਹ ਕੰਮ ਕਰਦੇ ਸੀ ਉਹ ਸਾਰਿਆਂ ਨੂੰ ਪਤਾ ਹੈ। ਉਸ 'ਤੇ ਕੀ ਕਹਿਣਾ ਚਾਹੋਗੇ ਇਹੋ ਜਿਹੇ ਸ਼ਖਸ ਦੇ ਜਿਸ 'ਤੇ ਪਹਿਲਾਂ ਵੀ ਇੰਨੇ ਇਲਜ਼ਾਮ ਲੱਗੇ ਹੁਣ ਉਹ ਮੁੜ ਤੋਂ ਪਬਲਿਕ ਡੀਲਿੰਗ ਦੇ ਵਿੱਚ ਰਹਿੰਦਾ ਇਹੋ ਜਿਹਾ ਸਾਰਾ ਕੁਝ ਕਰਦਾ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਪਿੱਛੋਂ ਸ਼ਹਿ ਮੰਨੀ ਜਾਵੇ? ਬਿਲਕੁਲ ਜੀ, ਕੁਛ ਅਫਸਰ ਨਵਦੀਪ ਸਿੰਘ ਦੀ ਸਪੋਰਟ ਕਰ ਰਹੇ ਨੇ। ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਇਸ ਮਾੜੀ ਘੜੀ ਦੇ ਵਿੱਚ ਇੱਕ ਪਰਿਵਾਰ ਨਾਲ ਜਿਹੜਾ ਹਾਦਸਾ ਹੋ ਗਿਆ ਤੁਸੀਂ ਉਸ ਬੰਦੇ ਦਾ ਸਾਥ ਦਿੱਤਾ, ਤੁਸੀਂ ਬਰਾਬਰ ਦੇ ਭਾਗੀਦਾਰ ਹੋ। ਤੁਹਾਨੂੰ ਚੈਨ ਤੁਹਾਨੂੰ ਵੀ ਨਹੀਂ ਆਉਣਾ ਜਿੰਨੇ ਇਸ ਗਲਤ ਕੰਮ ਦੇ ਵਿੱਚ ਤੁਸੀਂ ਜਿੰਨੇ ਅਫਸਰਾਂ ਨੇ ਜਿੰਨੇ ਕੋਈ ਸਿਆਸਤੀ ਬੰਦੇ ਹੋਣਗੇ ਜਿਨ੍ਹਾਂ ਨੇ ਸਾਥ ਦਿੱਤਾ ਨਾ ਉਹ ਰੂਹਾਂ ਤੁਹਾਨੂੰ ਸੌਣ ਨਹੀਂ ਦੇਣਗੀਆਂ। ਤੁਸੀਂ ਬਰਾਬਰ ਦੇ ਹੀ ਤੁਸੀਂ ਭਾਗੀਦਾਰ ਹੋ, ਬਰਾਬਰ ਦੇ ਸਜ਼ਾ ਦੇ ਹੱਕਦਾਰ ਹੋ ਜਿਨ੍ਹਾਂ ਨੇ ਇਸ ਗਲਤ ਕੰਮ ਦੇ ਵਿੱਚ ਸਾਥ ਦਿੱਤਾ। ਅਸੀਂ ਸੱਚ 'ਤੇ ਤੁਰੇ ਸੀ ਪਹਿਲੇ ਦਿਨ ਤੋਂ, ਅੱਜ ਵੀ ਸੱਚ 'ਤੇ ਖੜ੍ਹੇ ਹਾਂ, ਆਉਣ ਵਾਲੇ ਸਮੇਂ ਵਿੱਚ ਵੀ ਸੱਚ 'ਤੇ ਖੜਾਂਗੇ। ਲੋਕ ਸਾਡੇ ਨਾਲ ਨੇ, ਪਿਆਰ ਕਰਨ ਵਾਲੇ, ਦਲੇਰ ਨੇ, ਔਖਾ ਸਮਾਂ ਹੰਢਾਉਣ ਵਾਲੇ ਸਾਰੇ ਨਾਲ ਨੇ। ਅਸੀਂ ਤਾਂ ਬੜੀ ਲੰਬੀ ਲੜਾਈ ਲੜਨੀ ਆ ਜੀ, ਅਸੀਂ ਤਾਂ ਸਜ਼ਾ ਤੱਕ ਅਸੀਂ ਲੜਾਈ ਲੜਨੀ ਆ। ਜਦੋਂ ਉਹਨਾਂ ਨੂੰ ਸਜ਼ਾ ਹੋ ਜਾਏਗੀ ਉਦੋਂ ਅਸੀਂ ਸਮਝਾਂਗੇ ਵੀ ਇਹਨਾਂ ਨੂੰ ਇਨਸਾਫ ਮਿਲਿਆ। ਇੱਕ ਤੁਸੀਂ ਛੋਟਾ ਜਿਹਾ ਚਾਨਣਾ ਜੇਕਰ ਇਸ ਗੱਲ 'ਤੇ ਪਾ ਦਿਓ ਕਿ ਜਿਸ ਦਿਨ ਭਾਈ ਹੁਣੀ ਦੋਵੇਂ ਸੁਸਾਈਡ ਅਟੈਂਪਟ ਕਰਦੇ ਨੇ ਉਹ ਸਾਰਾ ਵਰਤਾਂਤ ਕਿਹੋ ਜਿਹਾ, ਕਿੱਥੇ ਵਾਪਰਿਆ, ਕੀ ਹੋਇਆ ਸੀ ਉਸ ਟਾਈਮ? ਤੁਸੀਂ ਪ੍ਰਤੱਖਦਰਸ਼ੀ ਸੀ ਉੱਥੇ? ਵੀਰੇ ਉਹੀ ਮੈਂ ਤੁਹਾਨੂੰ ਸ਼ਾਰਟ ਥੋੜ੍ਹਾ ਨਿਬੇੜਨਾ ਚਾਹੁੰਦਾ ਵੀ 17 ਤਰੀਕ ਦਾ ਵਾਕਿਆ ਆ। ਮਾਨਵ ਜੀ ਸਿੰਘ ਢਿੱਲੋਂ ਨੇ ਮੇਰੇ ਸਾਹਮਣੇ ਛਲਾਂਗ ਲਾਈ ਜਸ਼ਨ ਨੇ ਪਹਿਲਾਂ ਛਾਲ ਮਾਰਤੀ ਸੀ ਜਦੋਂ ਉਹਨੂੰ ਬਚਾਉਣ ਲਈ ਮਾਨਵ ਢਿੱਲੋਂ ਨੇ ਉਹਨੂੰ ਆਵਾਜ਼ ਮਾਰੀ ਜਸ਼ਨ ਉਹਦਾ ਨਾਂ ਲਿਆ ਉੱਚੀ। ਫਿਰ ਮੈਂ ਟਰਨ ਕਰਕੇ ਪਿੱਛੇ ਦੇਖਿਆ ਤੇ ਮੇਰੇ ਵਹਿੰਦੇ ਵਹਿੰਦੇ ਮਾਨਵ ਨੇ ਜੰਪ ਕਰਤਾ। ਇਹ ਸਾਰਾ ਕਿੱਸਾ ਮੈਂ ਆਪਦੀ ਅੱਖੀਂ ਵੇਖਿਆ ਤੇ ਉਸੇ ਕਿੱਸੇ ਨੂੰ ਲੈ ਕੇ ਅਸੀਂ 17 ਤਰੀਕ ਤੋਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੀ ਪਿੱਟਣਾ ਪਾਇਆ ਵੀ ਆਹ ਚੀਜ਼ ਹੋਈ ਆ। ਪਰ ਸਾਡੀ ਤਾਂ ਕੋਈ ਮੰਨ ਹੀ ਨਹੀਂ ਰਿਹਾ ਸੀ। ਜਦੋਂ ਜਸ਼ਨ ਦੀ ਬੋਡੀ ਮਿਲੀ ਆ ਉਸ ਦਿਨ ਤੋਂ ਪੁਲਿਸ ਐਕਟਿਵ ਹੋਈ ਆ, ਉਸੇ ਦਿਨ ਹੀ ਪਰਚਾ ਹੋਇਆ ਆ। ਹੁਣ ਜਾ ਕੇ ਸਾਰੀ ਕਾਰਵਾਈ ਉਹਦੇ ਮਿਲਣ ਤੋਂ ਬਾਅਦ ਹੋਈ ਆ। ਜੇ ਬੋਡੀ ਨਾ ਮਿਲਦੀ ਤਾਂ ਇਹਨਾਂ ਨੇ ਅਜੇ ਵੀ ਨਹੀਂ ਮੰਨਣਾ ਸੀ। ਇਹ ਤਾਂ ਪਹਿਲੇ ਡੇ 1 ਤੋਂ ਮੈਨੂੰ ਝੂਠਾ ਕਰਾਰ ਦੇ ਰਹੇ ਸੀ ਪਰਿਵਾਰ ਤੇ ਐਲੀਗੇਸ਼ਨ ਕਰਜ਼ਿਆਂ ਦੇ ਮਾੜੇ ਵਰਤਾਂਤ ਦੇ ਬੰਦੇ ਨੇ ਇਹ ਕ੍ਰਿਮੀਨਲ ਨੇ ਕਾਫੀ ਕਿੰਨੀਆਂ ਭੱਦੀਆਂ ਚੀਜ਼ਾਂ ਲੈ ਕੇ ਆਏ। ਚਲੋ ਠੀਕ ਆ, ਇਹ ਜੋ ਇਹਨਾਂ ਨੇ ਕਰਨਾ ਸੀ ਇਹਨਾਂ ਨੇ ਕਰਤਾ, ਜੋ ਹੁਣ ਸਰਕਾਰ ਨੇ ਕੀਤਾ ਹੈ ਚਲੋ ਅਸੀਂ ਅੱਧੇ ਜਸਟਿਸ ਦੇ ਨੇੜੇ ਤਾਂ ਪਹੁੰਚੇ। ਬਾਕੀ ਅਸੀਂ ਆਸ ਕਰਦੇ ਹਾਂ ਵੀ ਅੱਗੇ ਵੀ ਪਲੀਜ਼ ਪ੍ਰਸ਼ਾਸਨ ਸਾਡਾ ਸਾਥ ਦੇਵੇ। ਸਾਡੀ ਜਾਇਜ਼ ਮੰਗ ਸੀ, ਸਾਡੇ ਕੋਈ ਪੁਲਿਸ ਨਾਲ ਲੜਾਈ ਨਹੀਂ ਸੀ, ਸਾਡੀ ਜਾਇਜ਼ ਮੰਗ ਸੀ, ਜਾਇਜ਼ ਮੰਗ 'ਤੇ ਖੜ੍ਹੇ ਸੀ। ਚਲੋ ਬਾਕੀ ਆ ਸੰਸਕਾਰ ਹੋ ਗਿਆ ਜਸ਼ਨਵੀਰ ਦਾ। ਪ੍ਰਮਾਤਮਾ ਦੀ ਆਤਮਾ ਨੂੰ ਸੱਚੇ ਪਾਤਸ਼ਾਹ ਸ਼ਾਂਤੀ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬਾਕੀ ਤੁਸੀਂ ਮੀਡੀਆ ਪਰਿਵਾਰ ਸਾਡੇ ਨਾਲ ਹੋ ਡੇ 1 ਤੋਂ, ਤੁਹਾਡਾ ਸਭ ਤੋਂ ਵੱਧ ਧੰਨਵਾਦ। ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਔਖੀ ਘੜੀ ਵਿੱਚ ਵੀ ਆਏ ਹੋ, ਔਖੇ ਸਮੇਂ ਵਿੱਚ ਵੀ ਨਾਲ ਖੜ੍ਹੇ ਸੀ।
ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਾਨਵ ਵੀਰ ਹੁਣੀ, ਜਿਹੜੇ ਕਿ ਬਾਈ ਹੁਣਾਂ ਦੇ ਪਰਿਵਾਰਕ ਜੀ ਸੀ, ਜਿਨ੍ਹਾਂ ਨੇ ਸੁਸਾਈਡ ਕੀਤਾ, ਜਿਨ੍ਹਾਂ ਦੇ ਵੱਲੋਂ ਜ਼ਲਾਲਤ ਨਾ ਚੱਲਦੇ ਹੋਏ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਪਰਿਵਾਰ ਹੁਣ ਇਕੱਲਾ ਮਹਿਸੂਸ ਕਰ ਰਿਹਾ ਹੈ। ਉਹਨਾਂ ਦੇ ਪਿਤਾ ਜੀ ਦੀਆਂ ਤਸਵੀਰਾਂ ਵੀ ਤੁਸੀਂ ਵੇਖੀਆਂ ਨੇ। ਸੋ ਇਹੋ ਜਿਹੇ ਕੇਸ ਜਦੋਂ ਵਾਪਰਦੇ ਨੇ, ਉਹ ਇੱਕ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਪ੍ਰਬੰਧ ਦੇ ਘੇਰਿਆਂ ਦੇ ਉੱਪਰ ਇੱਕ ਤਰੀਕੇ ਦੇ ਨਾਲ ਵੱਡੇ ਸਵਾਲੀਆ ਚਿੰਨ੍ਹ ਖੜੇ ਕਰ ਦਿੰਦੇ ਨੇ ਕਿ ਕਿੱਧਰ ਨੂੰ ਜਾ ਰਿਹਾ ਹੈ ਇਹ ਪ੍ਰਬੰਧ ਅਤੇ ਕਿਵੇਂ ਦੇ ਤਰੀਕੇ ਦੇ ਨਾਲ ਇਹ ਚੱਲ ਰਿਹਾ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।